ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ 'ਚ ਇਹ ਦਿਖਾਇਆ ਜਾਏਗਾ ਕਿ ਪਾਸਵਰਡ ਦੀ ਐਪਲੀਕੇਸ਼ਨ ਕਿਵੇਂ ਭਰੀ ਜਾਂਦੀ ਹੈ। ਸਭ ਤੋਂ ਪਹਿਲਾਂ ਯੂਜ਼ਰ ਲੌਗਇਨ ਤੇ ਕਲਿੱਕ ਕਰਕੇ ਲੌਗਇਨ ਕਰੋ। ਲੌਗਇਨ ਕਰਨ ਲਈ ਤੁਹਾਡਾ ਅਕਾਊਂਟ ਬਣਿਆ ਹੋਣਾ ਚਾਹੀਦਾ ਹੈ, ਜੋ ਕਿ ਸਾਰੀ ਇਨਫੋਰਮੇਸ਼ਨ ਪਿਛਲੀ ਵੀਡੀਓ 'ਚ ਦਿੱਤੀ ਗਈ ਹੈ। ਜਿਸ ਨੇ ਉਹ ਵੀਡੀਓ ਨਹੀਂ ਦੇਖੀ, ਥੱਲੇ ਦਿੱਤੀ ਹੋਈ ਲਿੰਕ ਤੇ ਜਾ ਕੇ ਦੇਖ ਸਕਦਾ ਹੈ। ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤੀ ਗਈ ਹੈ। ਸਟਾਰਟ ਕਰਨੇ ਤੋਂ ਪਹਿਲਾਂ ਸਾਰੇ ਜਾਣੇ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਯੂਜ਼ਰ ਲੌਗਇਨ ਤੇ ਕਲਿੱਕ ਕਰੋ ਤੇ ਪਹਿਲਾਂ ਆਪਣੀ ਆਈਡੀ ਭਰੋ ਤੇ ਆਈਡੀ ਦਾ ਜੋ ਪਾਸਵਰਡ ਤੁਸੀਂ ਪਹਿਲਾਂ ਬਣਾਇਆ ਹੈ ਉਹ ਭਰੋ। ਉਸ ਤੋਂ ਬਾਅਦ ਜੋ ਇਹ ਲੈਟਰ ਦਿੱਤੇ ਗਏ ਨੇ ਉਹਨਾਂ ਨੂੰ ਭਰੋ ਤੇ ਲੌਗਇਨ ਤੇ ਕਲਿੱਕ ਕਰੋ। ਉਸ ਤੋਂ ਬਾਅਦ ਇਹ ਪੇਜ ਖੁੱਲ੍ਹ ਜਾਂਦਾ ਹੈ, ਜਿੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੈ ਅਪਲਾਈ ਫॉर ਆਰਡੀਨਰੀ ਪਾਸਵਰਡ। ਉੱਤੇ ਕਲਿੱਕ ਕਰੋ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਪੇਜ ਖੁੱਲ੍ਹ ਜਾਂਦਾ ਹੈ। ਇੱਥੇ ਸਾਰੇ ਆਪਸ਼ਨ ਦਿੱਤੇ ਗਏ ਨੇ। ਤੁਸੀਂ ਕਿਹੜੀ ਵਜ੍ਹਾ ਤੋਂ ਪਾਸਵਰਡ ਅਪਲਾਈ ਕਰ ਰਹੇ ਹੋ। ਜੇ ਤੁਸੀਂ ਨਵਾਂ ਪਾਸਵਰਡ ਬਣਾਉਣਾ ਚਾਹੁੰਦੇ ਹੋ, ਜਿਵੇਂ ਕਿ ਕੋਈ ਨਵਜੰਮੇ ਬੱਚੇ ਦਾ, ਤਾਂ ਫਰੈਸ਼ ਪਾਸਵਰਡ ਤੇ ਕਲਿੱਕ ਕਰੋ। ਨਹੀਂ ਤਾਂ ਰੀਇਸ਼ੂ ਪਾਸਵਰਡ ਤੇ ਕਲਿੱਕ ਕਰੋ ਜੇ ਤੁਹਾਡਾ ਪਾਸਵਰਡ ਖਤਮ ਹੋ ਚੁੱਕਿਆ ਹੈ ਜਾਂ ਤੁਸੀਂ ਕੋਈ ਪੁਰਾਣੇ ਪਾਸਵਰਡ ਚੇਂਜ ਕਰਵਾਉਣੀ ਹੈ। ਜਦ ਅਸੀਂ ਰੀਇਸ਼ੂ ਪਾਸਵਰਡ ਤੇ ਕਲਿੱਕ ਕਰਦੇ ਹਾਂ, ਸਾਡੇ ਮੂਹਰੇ ਹੋਰ ਕਈ ਆਪਸ਼ਨ ਖੁੱਲ੍ਹ ਜਾਂਦੇ ਨੇ। ਜਿਵੇਂ ਕਿ ਪਾਸਵਰਡ ਕੋਈ ਮਿਸਟੇਕ ਹੋ ਜਾਂਦੀ ਹੈ, ਤੁਸੀਂ ਉਹ ਚੇਂਜ ਕਰਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਚੇਂਜ ਇਨ ਐਗਜ਼ਿਸਟਿੰਗ ਪਰਸਨਲ ਪਾਰਟੀਕੂਲਰ ਤੇ ਕਲਿੱਕ ਕਰਕੇ ਜਿੱਥੇ ਪਲੀਜ਼ ਸਪੈਸੀਫਾਈ ਲਿਖਿਆ ਹੈ ਉੱਥੇ ਤੁਹਾਨੂੰ ਵਜ੍ਹਾ ਦੇਣੀ ਪੈਂਦੀ ਹੈ। ਜਿਵੇਂ ਕਿ ਮੈਂ ਸਿਲੈਕਟ ਕੀਤਾ ਹੈ ਗਿਵਨ ਨੇਮ ਅਪੀਅਰੈਂਸ। ਉਸ ਦਾ ਮਤਲਬ ਇਹ ਹੁੰਦਾ ਹੈ ਕਿ ਮੇਰੇ ਪਿਛਲੇ ਪਾਸਵਰਡ 'ਚ ਕੋਈ ਨਾਮ 'ਚ ਮਿਸਟੇਕ ਆ ਗਈ ਸੀ ਅਤੇ ਮੇਰੇ ਅਪੀਅਰੈਂਸ 'ਚ ਵੀ ਚੇਂਜ ਹੈ ਇਸ ਵੇਲੇ। ਸੈਕੰਡ ਆਪਸ਼ਨ ਇਹ ਹੈ ਕਿ ਤੁਹਾਡਾ ਪਾਸਵਰਡ ਖਤਮ ਹੋ ਰਿਹਾ ਹੈ। ਜੇ ਪਾਸਵਰਡ ਦੀ ਵੈਲਿਡਿਟੀ 3 ਸਾਲਾਂ ਤੋਂ ਉੱਤੇ ਹੈ ਤਾਂ ਉਹ ਰੀਨਿਊ ਨਹੀਂ ਕਰਨਗੇ। ਤੀਸਰਾ ਆਪਸ਼ਨ ਕਿ ਪਾਸਵਰਡ ਦੇ ਪੇਜ ਖਤਮ ਹੋ ਗਏ ਹਨ। ਚੌਥਾ ਆਪਸ਼ਨ ਇਹ ਹੈ ਕਿ ਤੁਹਾਡਾ ਪਾਸਵਰਡ ਖਰਾਬ ਹੋ ਚੁੱਕਿਆ ਹੈ। ਪੰਜਵਾਂ ਆਪਸ਼ਨ ਇਹ ਆ ਰਿਹਾ ਹੈ ਕਿ ਪਾਸਵਰਡ ਤੁਹਾਡਾ ਗਵਾਚ ਗਿਆ ਹੈ, ਲੋਸਟ ਪਾਸਵਰਡ। ਅਤੇ ਲਾਸਟ ਆਪਸ਼ਨ ਇਹ ਹੈ ਕਿ ਤੁਹਾਡਾ ਪਾਸਵਰਡ ਖਤਮ ਹੋਏ ਨੂੰ 3 ਸਾਲ ਤੋਂ ਜ਼ਿਆਦਾ ਹੋ ਗਏ ਨੇ। ਉਸ ਤੋਂ ਬਾਅਦ ਤੁਹਾਨੂੰ ਇਹ ਪੁੱਛ ਰਿਹਾ ਹੈ ਤੁਹਾਡਾ ਪਾਸਵਰਡ ਤੁਸੀਂ ਕਿਵੇਂ ਅਪਲਾਈ ਕਰਨਾ ਚਾਹੁੰਦੇ ਹੋ, ਨੋਰਮਲ ਜਾਂ ਤਤਕਾਲ। ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਕਿ ਤੁਹਾਨੂੰ ਕਿੰਨੇ ਪੇਜ ਚਾਹੀਦੇ ਨੇ, 36 ਪੇਜ ਵਾਲਾ ਪਾਸਵਰਡ ਜਾਂ 60 ਪੇਜ ਵਾਲਾ ਪਾਸਵਰਡ। ਉਸ ਤੋਂ ਬਾਅਦ ਨੈਕਸਟ 'ਤੇ ਕਲਿੱਕ ਕਰੋ। ਫਿਰ ਉਹ ਤੁਹਾਡੀ ਸਾਰੀ ਡਿਟੇਲ ਪੁੱਛਦਾ ਹੈ। ਆਪਣਾ ਨਾਮ ਅਤੇ ਸਰਨੇਮ ਭਰੋ। ਉਸ ਤੋਂ ਬਾਅਦ ਜੈਂਡਰ ਸਿਲੈਕਟ ਕਰਕੇ ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਤੁਸੀਂ ਆਪਣਾ ਕਿਤੇ ਨਾਮ ਵੀ ਬਦਲਾਇਆ ਹੈ ਜਾਂ ਤੁਹਾਡਾ ਕੋਈ ਹੋਰ ਨਾਮ ਰਹਿ ਚੁੱਕਿਆ ਹੈ। ਉਸ ਦੋਨਾਂ ਆਪਸ਼ਨਾਂ 'ਤੇ ਨੋ ਕਲਿੱਕ ਕਰ ਦੇਵੋ। ਉਸ ਤੋਂ ਬਾਅਦ ਉਹ ਤੁਹਾਡੀ ਡੇਟ ਆਫ ਬਰਥ ਪੁੱਛ ਰਿਹਾ ਹੈ ਅਤੇ ਪਲੇਸ ਆਫ ਬਰਥ ਉਵੇਂ ਹੀ ਭਰਿਓ ਜਿਵੇਂ ਕਿ ਤੁਹਾਡੇ ਪਾਸਵਰਡ 'ਤੇ ਲਿਖੀ ਗਈ ਹੈ। ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਕਿ ਤੁਹਾਡਾ ਜਨਮ ਇੰਡੀਆ ਦਾ ਹੈ ਜਾਂ ਇੰਡੀਆ ਤੋਂ ਬਾਹਰ ਦਾ। ਜੇ ਤੁਹਾਡਾ ਜਨਮ ਇੰਡੀਆ ਦਾ ਹੈ ਤਾਂ ਨੋ ਸਿਲੈਕਟ ਕਰੋ ਅਤੇ ਸਟੇਟ ਸਿਲੈਕਟ ਕਰੋ। ਉਸ ਤੋਂ ਬਾਅਦ ਅਤੇ ਡਿਸਟ੍ਰਿਕਟ, ਨਹੀਂ ਤਾਂ ਯੈਸ ਸਿਲੈਕਟ ਕਰਕੇ ਬਾਹਰਲੀ ਕੰਟਰੀ ਜਿੱਥੇ ਤੁਹਾਡਾ ਜਨਮ ਹੋਇਆ ਹੈ ਉਹਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਤੁਹਾਡਾ ਵਿਆਹ ਹੋਇਆ ਹੈ ਕਿ ਨਹੀਂ ਜਾਂ ਤੁਸੀਂ ਸਿੰਗਲ ਹੋ। ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਕਿ ਤੁਹਾਨੂੰ ਇੰਡੀਆ ਦੀ ਨੈਸ਼ਨੈਲਿਟੀ ਕਿਵੇਂ ਹਾਸਲ ਹੋਈ। ਜਿਨ੍ਹਾਂ ਦਾ ਜਨਮ ਇੰਡੀਆ ਦਾ ਹੈ ਉਹ ਬਰਥ ਸਿਲੈਕਟ ਕਰ ਸਕਦੇ ਹਨ, ਨਹੀਂ ਤਾਂ ਰਜਿਸਟ੍ਰੇਸ਼ਨ ਸਿਲੈਕਟ ਕਰੋ। ਜਿੱਥੇ ਪੈਨ ਅਤੇ ਵੋਟਰ ID ਲਿਖਿਆ ਹੈ ਉਹ ਜਗ੍ਹਾ ਖਾਲੀ ਛੱਡ ਸਕਦੇ ਹਾਂ। ਉਸ ਤੋਂ ਬਾਅਦ ਉਹ ਪੁੱਛ ਰਿਹਾ ਹੈ ਤੁਸੀਂ ਕਿਹੜਾ ਕੰਮ ਕਰ ਰਹੇ ਹੋ ਅਤੇ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ। ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਕਿ ਤੁਹਾਡੇ ਮਾਤਾ ਪਿਤਾ ਨੇ ਕਦੇ ਕੋਈ ਸਰਕਾਰੀ ਨੌਕਰੀ ਕੀਤੀ ਹੈ ਕਿ ਨਹੀਂ। ਜਿੱਥੇ ਲਿਖਿਆ ਹੈ ਨੋਨ ACR ਉਹ ਆਟੋਮੈਟਿਕ ਹੀ ਆਪਸ਼ਨ ਸਿਲੈਕਟ ਹੋ ਜਾਂਦਾ ਹੈ ਕੁਆਲੀਫਿਕੇਸ਼ਨ ਦੀ ਬੇਸ 'ਤੇ। ਉਸ ਤੋਂ ਬਾਅਦ ਸੇਵ ਕਲਿੱਕ ਕਰੋ। ਸੇਵ ਕਲਿੱਕ ਕਰਨਾ ਜ਼ਰੂਰੀ ਹੈ
ਜੇ ਕਿ ਬਾਈ ਚਾਂਸ ਤੁਹਾਡਾ ਫਾਰਮ ਬੰਦ ਹੋ ਜਾਵੇ ਤਾਂ ਇਹ ਫਾਰਮ ਸੇਵ ਹੋ ਜਾਂਦਾ ਹੈ, ਤਾਂ ਫਿਰ ਤੁਹਾਨੂੰ ਦੁਬਾਰਾ ਭਰਨ ਦੀ ਲੋੜ ਨਹੀਂ ਪੈਂਦੀ। ਉਸ ਤੋਂ ਬਾਅਦ ਨੈਕਸਟ 'ਤੇ ਕਲਿੱਕ ਕਰੋ। ਇਸ ਪੇਜ 'ਤੇ ਤੁਹਾਡੇ ਮਾਤਾ ਪਿਤਾ ਦਾ ਨਾਮ ਪੁੱਛਿਆ ਜਾਂਦਾ ਹੈ ਅਤੇ ਤੁਹਾਡਾ ਹਸਬੈਂਡ ਜਾਂ ਵਾਈਫ ਦਾ ਨਾਮ ਪੁੱਛਿਆ ਜਾਂਦਾ ਹੈ। ਜੇ ਬੱਚਾ ਛੋਟਾ ਹੈ ਤਾਂ ਇਸ ਜਗ੍ਹਾ 'ਤੇ ਉਹ ਮਾਤਾ ਪਿਤਾ ਦੇ ਪਾਸਪੋਰਟ ਦਾ ਨੰਬਰ ਵੀ ਪੁੱਛਣਗੇ ਅਤੇ ਮਾਤਾ ਪਿਤਾ ਦੀ ਨੈਸ਼ਨੈਲਿਟੀ ਵੀ ਪੁੱਛੀ ਜਾਵੇਗੀ। ਫਾਰਮ ਸੇਵ ਕਰਕੇ ਨੈਕਸਟ ਕਲਿੱਕ ਕਰੋ। ਉਸ ਤੋਂ ਬਾਅਦ ਇਹ ਪੇਜ ਖੁੱਲ੍ਹ ਜਾਂਦਾ ਹੈ ਜਿੱਥੇ ਤੁਹਾਨੂੰ ਪੁੱਛ ਰਿਹਾ ਹੈ ਜਿਹੜਾ ਤੁਸੀਂ ਪਾਸਪੋਰਟ 'ਤੇ ਐਡਰੈਸ ਪ੍ਰਿੰਟ ਕਰਵਾਉਣਾ ਚਾਹੁੰਦੇ ਹੋ ਉਹ ਇੰਡੀਆ ਦਾ ਹੈ ਜਾਂ ਇੰਡੀਆ ਤੋਂ ਬਾਹਰ ਦਾ ਹੈ। ਜੇ ਤੁਸੀਂ ਇੰਡੀਆ ਦਾ ਐਡਰੈਸ ਪ੍ਰਿੰਟ ਕਰਵਾਉਣਾ ਚਾਹੁੰਦੇ ਹੋ ਤਾਂ ਨੋ ਸਿਲੈਕਟ ਕਰੋ ਅਤੇ ਇੰਡੀਆ ਦਾ ਐਡਰੈਸ ਭਰੋ। ਉਸ ਤੋਂ ਬਾਅਦ ਮੋਬਾਈਲ ਨੰਬਰ ਭਰੋ। ਇਟਲੀ ਦਾ ਜਾਂ ਇੰਡੀਆ ਦਾ ਵੀ ਮੋਬਾਈਲ ਨੰਬਰ ਤੁਸੀਂ ਭਰ ਸਕਦੇ ਹੋ। ਉਸ ਤੋਂ ਬਾਅਦ ਆਪਣੀ ਈਮੇਲ ID ਲਿਖੋ। ਜੇ ਜਿੱਥੇ ਪੁਲਿਸ ਸਟੇਸ਼ਨ ਦਾ ਆਪਸ਼ਨ ਆ ਰਿਹਾ ਹੈ ਉੱਥੇ ਜਿਹੜਾ ਤੁਹਾਨੂੰ ਇੰਡੀਆ ਸਭ ਤੋਂ ਨੇੜੇ ਥਾਣਾ ਪੈਂਦਾ ਹੈ ਉਹ ਸਿਲੈਕਟ ਕਰੋ। ਇੰਨਾ ਖਿਆਲ ਰੱਖਿਓ ਕਿ ਪੁਲਿਸ ਸਟੇਸ਼ਨ ਸਹੀ ਹੋਵੇ ਕਿਉਂਕਿ ਉਹ ਇੰਡੀਆ ਇਨਕੁਆਇਰੀ ਪਾਉਂਦੇ ਨੇ ਹੁਣ। ਉਸ ਤੋਂ ਬਾਅਦ ਤੁਹਾਡਾ ਹੋਰ ਐਡਰੈਸ ਪੁੱਛ ਰਿਹਾ ਹੈ, ਤੁਸੀਂ ਬਾਹਰਲਾ ਐਡਰੈਸ ਭਰ ਸਕਦੇ ਹੋ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਇਟਲੀ ਦਾ ਐਡਰੈਸ ਭਰਿਆ ਹੈ। ਉਸ ਤੋਂ ਬਾਅਦ ਐਮਰਜੈਂਸੀ ਕੰਟੈਕਟ ਡਿਟੇਲ ਪੁੱਛ ਰਿਹਾ ਹੈ। ਉੱਥੇ ਤੁਸੀਂ ਫਿਰ ਆਪਣਾ ਜਾਂ ਆਪਣੇ ਕਿਸੇ ਘਰ ਵਾਲੇ ਦਾ ਨਾਮ ਅਤੇ ਪਤਾ ਲਿਖ ਸਕਦੇ ਹੋ ਅਤੇ ਉਹ ਫ਼ੋਨ ਨੰਬਰ ਵੀ ਪੁੱਛਦਾ ਹੈ। ਇਹ 2 ਇਨਫੋਰਮੇਸ਼ਨਾਂ ਜ਼ਰੂਰੀ ਹਨ। ਅਤੇ ਈਮੇਲ ID ਅਤੇ ਟੈਲੀਫੋਨ ਨੰਬਰ ਭਰਨਾ ਜ਼ਰੂਰੀ ਨਹੀਂ ਹੈ, ਇਸ ਲਈ ਤੁਸੀਂ ਨੈਕਸਟ ਕਲਿੱਕ ਕਰਕੇ ਅਗਲੇ ਪੇਜ 'ਤੇ ਜਾ ਸਕਦੇ ਹੋ। ਅਗਲੇ ਪੇਜ 'ਤੇ ਤੁਹਾਨੂੰ ਸਾਰੀ ਪੁਰਾਣੇ ਪਾਸਵਰਡ ਦੀ ਡਿਟੇਲ ਪੁੱਛੀ ਜਾ ਰਹੀ ਹੈ। ਸਭ ਤੋਂ ਪਹਿਲਾਂ ਪਾਸਵਰਡ ਦਾ ਨੰਬਰ ਭਰੋ। ਉਸ ਤੋਂ ਬਾਅਦ ਇਹ ਪੁੱਛਦਾ ਹੈ ਕਿ ਤੁਹਾਡਾ ਜਿਹੜਾ ਪੁਰਾਣਾ ਪਾਸਵਰਡ ਹੈ ਉਹ ਕਿੱਥੇ ਇਸ਼ੂ ਹੋਇਆ ਹੈ। ਡੇਟ ਆਫ ਇਸ਼ੂ ਅਤੇ ਡੇਟ ਆਫ ਐਕਸਪਾਇਰ ਪੁੱਛ ਰਿਹਾ ਹੈ। ਇਹ ਸਭ ਕੁਝ ਤੁਹਾਨੂੰ ਪਾਸਵਰਡ ਦੇ ਪਹਿਲੇ ਪੇਜ 'ਤੇ ਹੀ ਮਿਲ ਜਾਵੇਗਾ ਜਿੱਥੇ ਕਿ ਤੁਹਾਡੀ ਫੋਟੋ ਲੱਗੀ ਹੈ ਅਤੇ ਜੋ ਫਾਈਲ ਨੰਬਰ ਹੈ ਉਹ ਤੁਹਾਨੂੰ ਪਾਸਵਰਡ ਦੇ ਲਾਸਟ ਪੇਜ 'ਤੇ ਹੀ ਮਿਲੇਗਾ। ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਤੁਹਾਡੇ ਕੋਲ ਕਦੇ ਕੋਈ ਡਿਪਲੋਮੈਟਿਕ ਜਾਂ ਓਫੀਸ਼ੀਅਲ ਪਾਸਪੋਰਟ ਰਿਹਾ ਹੈ। ਉਸ ਦੇ ਹਿਸਾਬ 'ਤੇ ਡਿਟੇਲ ਅਵੇਲੇਬਲ ਜਾਂ ਡਿਟੇਲ ਨੋਟ ਅਵੇਲੇਬਲ 'ਤੇ ਸਿਲੈਕਟ ਕਰੋ। ਤੁਸੀਂ ਡਿਟੇਲ ਨੋਟ ਅਵੇਲੇਬਲ 'ਤੇ ਸਿਲੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਪੁੱਛਦਾ ਹੈ ਕਿ ਤੁਸੀਂ ਕਦੇ ਪਾਸਪੋਰਟ ਅਪਲਾਈ ਕੀਤਾ ਹੈ ਪਰ ਇਸ਼ੂ ਨਹੀਂ ਕਰਵਾਇਆ, ਉਸ 'ਤੇ ਵੀ ਤੁਸੀਂ ਨੋਟ ਸਿਲੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਪੇਜ ਖੁੱਲ੍ਹ ਜਾਂਦਾ ਹੈ ਜਿੱਥੇ ਤੁਹਾਨੂੰ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ। ਇਸ ਪੇਜ 'ਤੇ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ 'ਤੇ ਕੋਈ ਕਦੇ ਕੇਸ ਫਾਈਲ ਹੋਇਆ ਹੈ, ਕਦੇ ਕੋਈ ਕੇਸ ਪੈਂਡਿੰਗ ਹੈ ਜਾਂ ਤੁਹਾਨੂੰ ਕਦੇ ਐਂਟਰੀ ਰਿਫਿਊਜ਼ ਕੀਤੀ ਗਈ ਹੈ ਕਿਸੇ ਵੀ ਕੰਟਰੀ 'ਚ। ਇਹਨਾਂ ਸਾਰਿਆਂ 'ਤੇ ਤੁਸੀਂ ਨੋ ਸਿਲੈਕਟ ਕਰ ਸਕਦੇ ਹੋ।
ਤੇ ਨੋ ਸੈਲੈਕਟ ਕਰਕੇ ਸੇਵ ਕਲਿੱਕ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ ਨੈਕਸਟ ਦਬਾਓ। ਉਸ ਤੋਂ ਬਾਅਦ ਇਹ ਪੇਜ ਖੁੱਲ੍ਹ ਜਾਂਦਾ ਹੈ। ਇਹ ਸਾਰੀ ਜੋ ਇਨਫੋਰਮੇਸ਼ਨ ਤੁਸੀਂ ਦੇਖ ਰਹੇ ਹੋ ਲਿਖੀ ਗਈ ਹੈ, ਇਹ ਸਾਰੀ ਇਨਫੋਰਮੇਸ਼ਨ ਜਿਵੇਂ ਲਿਖੀ ਗਈ ਹੈ ਇਵੇਂ ਹੀ ਪਾਸਵਰਡ 'ਤੇ ਪ੍ਰਿੰਟ ਹੋਏਗੀ। ਫਾਰਮ ਸਬਮਿਟ ਕਰਨ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਕਿ ਜੋ ਇਸ ਪੇਜ 'ਤੇ ਲਿਖਿਆ ਹੈ ਉਹ ਬਿਲਕੁਲ ਸਹੀ ਹੈ ਜਾਂ ਕੋਈ ਮਿਸਟੇਕ ਹੈ। ਕੋਈ ਮਿਸਟੇਕ ਹੈ ਤਾਂ ਤੁਸੀਂ ਬੈਕ ਕਲਿੱਕ ਕਰਕੇ ਉਹ ਮਿਸਟੇਕ ਚੇਂਜ ਕਰ ਸਕਦੇ ਹੋ। ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪਾਸਪੋਰਟ ਨੰਬਰ ਲਿਖਿਆ ਹੈ ਪਰ ਥੱਲੇ ਪਾਸਪੋਰਟ ਨੰਬਰ ਹੀ ਨਹੀਂ। ਇੱਥੇ ਪਾਸਵਰਡ ਨੰਬਰ ਜਦ ਤੁਹਾਡਾ ਪਾਸਵਰਡ ਪ੍ਰਿੰਟ ਹੋਏਗਾ ਉਦੋਂ ਲਿਖਿਆ ਜਾਵੇਗਾ। ਇਵੇਂ ਹੀ ਡੇਟ ਆਫ ਇਸ਼ੂ ਤੇ ਪਲੇਸ ਆਫ ਇਸ਼ੂ ਪਾਸਵਰਡ ਇਸ਼ੂ ਹੋਣ ਤੋਂ ਬਾਅਦ ਹੀ ਪ੍ਰਿੰਟ ਹੋਵੇਗੀ। ਜੇ ਤੁਹਾਡੀ ਸਾਰੀ ਇਨਫੋਰਮੇਸ਼ਨ ਸਹੀ ਹੈ ਤਾਂ ਤੁਸੀਂ ਨੈਕਸਟ ਕਲਿੱਕ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਪੇਜ ਖੁੱਲ੍ਹ ਜਾਂਦਾ ਹੈ ਜਿੱਥੇ ਕਿ ਤੁਹਾਡੀ ਸਾਰੀ ਇਨਫੋਰਮੇਸ਼ਨ ਲਿਖੀ ਗਈ ਹੈ। ਥੱਲੇ ਜਾ ਕੇ ਜਿੱਥੇ ਤੁਸੀਂ ਰਹਿੰਦੇ ਹੋ ਉਹ ਜਗ੍ਹਾ ਭਰੋ ਅਤੇ ਕਿਸ ਦਿਨ ਤੁਸੀਂ ਇਹ ਫਾਰਮ ਭਰਿਆ ਹੈ ਉਸ ਦਿਨ ਦੀ ਤਾਰੀਖ ਪਾਵੋ ਅਤੇ ਸਬਮਿਟ 'ਤੇ ਕਲਿੱਕ ਕਰੋ। ਉਸ ਤੋਂ ਬਾਅਦ ਇਹ ਖੁੱਲ੍ਹ ਜਾਂਦਾ ਹੈ ਕਿ ਤੁਹਾਡੀ ਐਪਲੀਕੇਸ਼ਨ ਸਹੀ ਤਰੀਕੇ ਨਾਲ ਸਬਮਿਟ ਹੋ ਗਈ ਹੈ। ਹੋਮ 'ਤੇ ਕਲਿੱਕ ਕਰਕੇ ਪਿਛਲੇ ਵਾਲੇ ਪੇਜ 'ਤੇ ਜਾਓ। ਇੱਥੇ ਜਾ ਕੇ ਤੁਸੀਂ ਆਪਣਾ ਫਾਰਮ ਸਿਲੈਕਟ ਕਰੋ। ਸਿਲੈਕਟ ਕਰਨ ਤੋਂ ਬਾਅਦ ਪ੍ਰਿੰਟ ਐਪਲੀਕੇਸ਼ਨ 'ਤੇ ਦਬਾ ਕੇ ਤੁਸੀਂ ਇਹ ਫਾਰਮ ਪ੍ਰਿੰਟ ਕਰ ਸਕਦੇ ਹੋ। ਅਤੇ ਜਿਹੜੇ ਸਾਰੇ ਡਾਕੂਮੈਂਟ ਜਿਨ੍ਹਾਂ ਦੀ ਨਾਲ ਜ਼ਰੂਰਤ ਹੈ ਉਸ ਪੇਜ ਦੀ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਦਿੱਤੀ ਗਈ ਹੈ। ਜੇ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਤੁਹਾਨੂੰ ਹੋਰ ਵੀ ਕੋਈ ਸ਼ੰਕਾ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤਾਂ ਕਿ ਇਹ ਸਾਰੀ ਇਨਫੋਰਮੇਸ਼ਨ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।